ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੀ ਅਸੀਂ ਸ਼ੁਰੂਆਤ ਕਰਾਂਗੇ ਕਿਸਾਨੀ ਸੰਘਰਸ਼। ਕਈ ਦਿਨਾਂ ਦਾ ਕਿਸਾਨੀ ਸੰਘਰਸ਼ ਵੱਖ-ਵੱਖ ਸੂਬਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਆ ਤੇ ਫਿਰ ਕਿਸਾਨਾਂ ਵੱਲੋਂ ਦਿੱਲੀ ਵਿੱਚ ਅੰਦੋਲਨ ਲਗਾਤਾਰ ਕੀਤਾ ਜਾ ਰਿਹਾ। 53 ਦਿਨ ਕੱਲੀ ਦਿੱਲੀ ਵਿੱਚ ਹੋ ਚੁੱਕੇ ਨੇ। ਹਾਲਾਂਕਿ 135 ਦਿਨ ਇਹ ਕੁੱਲ ਸੰਘਰਸ਼ ਨੂੰ ਹੋ ਚੁੱਕੇ ਨੇ ਕਿ 5 ਜਿੱਥੇ ਲਗਾਤਾਰ ਇਹ ਸੰਘਰਸ਼ ਜਾਰੀ ਹੈ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਤਕਰੀਬਨ 3 ਮਹੀਨਿਆਂ ਤੋਂ ਜ਼ਿਆਦਾ ਦਾ ਜਿਹੜਾ ਵੇਲਾ ਉਹ ਹੋ ਚੁੱਕਿਆ ਸੰਘਰਸ਼ਾਂ ਨੂੰ। ਪਰ ਦਿੱਲੀ ਦੇ ਵਿੱਚ ਇਸ ਸੰਘਰਸ਼ ਦਾ 53ਵਾਂ ਦਿਨ ਹੈ। ਮੀਟਿੰਗ ਲਗਾਤਾਰ ਜਾਰੀ ਹੈ। ਕਿਸਾਨ ਸੰਘਰਸ਼ ਨੂੰ ਕਿਹੜੇ ਰਾਹ ਲੈ ਕੇ ਜਾਣਗੇ ਉਸ ਤੇ ਚਰਚਾ ਹੋ ਰਹੀ ਹੈ ਕਿ 26 ਤਾਰੀਖ ਗਣਤੰਤਰ ਦਾ ਦਿਹਾੜਾ ਹੈ। ਇਸ ਮੌਕੇ ਦਿੱਲੀ ਵਿੱਚ ਵੜਨਾ ਹੈ ਜਾਂ ਫਿਰ ਨਹੀਂ ਵੜਨਾ, ਜਾਂ ਫਿਰ ਕਿਹੜੀ ਰਣਨੀਤੀ ਉਲੀਕੀ ਜਾਵੇ। ਦਿੱਲੀ ਦੇ ਬਾਹਰ ਟਰੈਕਟਰ ਪਰੇਡ ਹੋਊਗੀ ਜਾਂ ਫਿਰ ਦਿੱਲੀ ਦੇ ਅੰਦਰ ਹੋਊਗੀ। ਟਰੈਕਟਰ ਪਰੇਡ ਕਿਵੇਂ ਕਰਨੀ ਹੈ, ਕਿਹੜੇ ਕਿਸਾਨ ਉਸ ਵਿੱਚ ਸ਼ਾਮਲ ਰਹਿਣਗੇ, ਕਿੰਨੇ ਗਿਣਤੀ ਵਿੱਚ ਕਿਸਾਨ ਜਾਣਗੇ ਜਾਂ ਨਹੀਂ ਜਾਣਗੇ, तमाम ਪਹਿਲੂਆਂ ਤੇ ਚਰਚਾ ਹੋ ਰਹੀ ਹੈ। ਜੇ ਕਿਸਾਨ ਟਰੈਕਟਰ ਪਰੇਡ ਦਿੱਲੀ ਵਿੱਚ ਜਾ ਕੇ ਕਰਨਗੇ ਤਾਂ ਕਿਹੜੇ ਤਰੀਕੇ ਦੇ ਨਾਲ ਰਣਨੀਤੀ ਬਣਾਉਣੀ ਹੈ, ਕਿਵੇਂ ਚਰਚਾ ਕਰਨੀ ਹੈ, ਕੁਝ ਹੀ ਦੇਰ ਵਿੱਚ ਸਪਸ਼ਟ ਹੋਊਗਾ। ਹਾਲਾਂਕਿ ਕੁਝ ਜਥੇਬੰਦੀਆਂ ਦਿੱਲੀ ਵਿੱਚ ਵੜਨ ਦੀ ਤਿਆਰੀ ਕਰ ਰਹੀਆਂ ਨੇ, ਪਰ ਬਲਵੀਰ ਸਿੰਘ ਰਾਜੇਵਾਲ ਨੇ ਖੁੱਲੀ ਚਿੱਠੀ ਲਿਖੀ ਸੀ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ, ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ, ਕਿਉਂਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਬੱਤੀਆਂ ਦੇ ਬੱਤੀ ਆਗੂਆਂ ਨੂੰ ਕੋਈ ਰਾਹ ਨਹੀਂ ਮਿਲਣਾ। ਸੋ ਇਸ ਤਰ੍ਹਾਂ ਦੀ ਗੱਲ ਬਲਵੀਰ ਸਿੰਘ ਰਾਜੇਵਾਲ ਨੇ ਆਪਣੀ ਚਿੱਠੀ ਵਿੱਚ ਲਿਖੀ ਸੀ। ਪਰ ਇਹ ਸਪਸ਼ਟ ਹੋਊਗਾ ਹੁਣ ਕੁਝ ਦੇਰ ਬਾਅਦ ਕਿ ਪਰੇਡ ਦਿੱਲੀ ਵਿੱਚ ਹੋਊਗੀ ਜਾਂ ਦਿੱਲੀ ਦੇ ਬਾਹਰ ਹੋਊਗੀ। ਅਨਮੋਲ ਸਿੰਘ ਗੁਲਾਟੀ ਸਾਡੇ ਪੱਤਰਕਾਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਗਰਾਊਂਡ ਦੀ ਅਪਡੇਟ ਸਾਨੂੰ ਪਹੁੰਚਾਉਣਗੇ ਸਾਡੇ ਤੱਕ। ਅਨਮੋਲ, ਕਿਵੇਂ ਦੇਖੀ ਅਸੀਂ ਪਰੇਡ ਦਿੱਲੀ ਦੇ ਵਿੱਚ ਹੋਊਗੀ ਜਾਂ ਦਿੱਲੀ ਦੇ ਬਾਹਰ ਹੋਊਗੀ? ਕੀ ਕਹਿੰਦੇ ਨੇ ਤੁਹਾਡੇ ਸੂਤਰ? ਅਨਮੋਲ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਅਨਮੋਲ ਤੱਕ ਅਸੀਂ ਮੁੜ ਤੋਂ ਜੁੜਨ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਬਰੂਹਾਂ ਤੇ 53 ਦਿਨ ਦਾ ਸੰਘਰਸ਼। ਪਰ ਇੱਕ ਵੱਡੀ ਖਬਰ ਤੁਹਾਨੂੰ ਦੱਸ ਦਈਏ, ਅੱਜ ਸਪਸ਼ਟ ਹੋਊਗਾ ਕਿ ਕਿਹੜੇ ਰਾਹ ਇਹ ਸੰਘਰਸ਼ ਜਾਊਗਾ, ਕਿਉਂਕਿ ਕਿਸਾਨ ਸੰਯੁਕਤ ਮੋਰਚਾ ਅੱਜ ਬੈਠਕ ਕਰੇਗਾ। ਬੈਠਕ ਦੇ ਵਿੱਚ तमाम ਗੱਲਾਂ ਨੂੰ ਵਿਚਾਰਿਆ ਜਾਵੇਗਾ ਕਿ ਟਰੈਕਟਰ ਪਰੇਡ ਕਿਵੇਂ ਕਰਨੀ ਹੈ। ਹਾਲਾਂਕਿ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ 26 ਤਾਰੀਖ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਟਰੈਕਟਰ ਇੱਥੇ ਪਹੁੰਚਣਗੇ ਤੇ ਰੋਕਾਂ ਅਸੀਂ ਤੋੜ ਦੇਣੀਆਂ ਨੇ। ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਬੈਰੀਗੇਟਿੰਗ ਤੋੜ ਦੇਣੇ ਨੇ, ਪਰ ਕੁਝ ਜਥੇਬੰਦੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਅਸੀਂ ਅੱਗੇ ਜਾਣਾ ਹੈ ਜਾਂ ਨਹੀਂ ਜਾਣਾ। ਉਸੇ ਵਿਸ਼ੇ ਤੇ ਅੱਜ ਚਰਚਾ ਹੋ ਰਹੀ ਹੈ। ਕਿਸਾਨ ਸੰਯੁਕਤ ਮੋਰਚਾ ਬੈਠਕ ਕਰ ਰਿਹਾ ਹੈ। ਅਨਮੋਲ ਗੁਲਾਟੀ ਸਾਡੇ ਨਾਲ ਲਗਾਤਾਰ ਜੁੜਨਗੇ। ਅਸੀਂ ਚਰਚਾ ਉਹਨਾਂ ਤੋਂ ਕਰਾਂਗੇ ਕਿ ਕਿਸਾਨ ਸੰਘਰਸ਼ ਜੋ ਜਾਰੀ ਹੈ, ਅੱਜ ਦੀ ਬੈਠਕ ਦਾ ਸਿੱਟਾ ਕੀ ਨਿਕਲਿਆ। चाहे इलेक्ट्रिसिटी एक्ट का विषय हो, ये आने वाले कल के विषय थे, लेकिन सरकार ने इस पर भी कहा कि हम सकारात्मक रूप से बातचीत भी करेंगे, विचार भी करेंगे और आवश्यक होगा तो इसमें संशोधन भी करेंगे। लेकिन किसान यूनियन टस से मस होने को तैयार नहीं है। लगातार उनकी एक कोशिश है कि तीनों एक्ट को रिपील किया जाए। भारत सरकार जब कोई कानून बनाती है तो वह कानून पूरे देश के लिए होता है। ये तीनों कानून भी हैं, इन पर भी देश के अधिकांश किसान, विद्वान, वैज्ञानिक और कृषि के क्षेत्र में काम करने वाले लोग इनसे सहमत हैं और इनके साथ खड़े हुए हैं। और अब तो सुप्रीम कोर्ट ने भी तीनों एक्ट के क्रियान्वयन को रोक दिया है। तो मैं समझता हूँ जिद का सवाल ही खत्म होता है, क्योंकि सुप्रीम कोर्ट ने जब क्रियान्वयन को रोक दिया है तो अब इन कानूनों का क्रियान्वयन तो हो नहीं रहा है। हमारी अपेक्षा है कि किसान 19 तारीख को क्लॉज बाय क्लॉज चर्चा करें, वो रिपील के अलावा क्या विकल्प चाहते हैं वो विकल्प सरकार के सामने प्रस्तुत करें, तो सरकार जरूर पूरी गंभीरता के साथ उनकी समस्या पर, उनकी आपत्ति पर विचार करने को खुले मन से तैयार है।
ਸੋ ਵੱਡੀ ਖਬਰ ਕਿ ਲਗਾਤਾਰ ਇਸ ਵਿਸ਼ੇ ਤੇ ਜਿੱਥੇ ਚਰਚਾ ਹੋ ਰਹੀ ਸੀ, ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਅਸੀਂ ਕਲੋਜ਼ ਬਾਏ ਕਲੋਜ਼ ਚਰਚਾ ਕਰਾਂਗੇ 19 ਤਰੀਕ ਨੂੰ। ਰਪੀ ਤੇ ਕੋਈ ਚਰਚਾ ਨਹੀਂ ਹੋਊਗੀ। ਸਭ ਤੋਂ ਵੱਡਾ ਬਿਆਨ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨਰਿੰਦਰ ਸਿੰਘ ਤੋਮਰ ਦੇ ਕੇ ਗਏ ਨੇ। ਗੁਲਾਟੀ ਅਸੀਂ ਸੁਣਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਕਹਿੰਦੇ ਨੇ ਕਲੋਜ਼ ਬਾਏ ਕਲੋਜ਼ ਚਰਚਾ ਕਰੋ, 19 ਤਰੀਕ ਨੂੰ ਆ ਸਕਦੇ ਹੋ, ਪਰ ਕਾਨੂੰਨ ਰਿਪੀਲ ਨਹੀਂ ਹੋਣਗੇ। ਤੇ ਦੂਜਾ ਵੱਡਾ ਬਿਆਨ ਕਿ ਕਿਸਾਨ ਜਥੇਬੰਦੀਆਂ ਤਾਂ ਟਸ ਤੋਂ ਮਸ ਨਹੀਂ ਹੋ ਰਹੀਆਂ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? अनमोल मेरी आवाज ਤੁਹਾਡੇ तक आ रही है ਜਾਂ ਫਿਰ ਨਹੀਂ? जी किशन। हाँ अनमोल ਅਸੀਂ सुन रहे ਸੀ ਕਿ ਸੰਘਰਸ਼ ਜਾਰੀ ਹੈ। ਖੇਤੀਬਾੜੀ ਮੰਤਰੀ ਹੁਣੇ ਵੱਡਾ ਬਿਆਨ ਦੇ ਕੇ ਗਏ ਨੇ ਕਿ ਕਲੋਜ਼ ਬਾਏ ਕਲੋਜ਼ ਚਰਚਾ ਕਰ ਸਕਦੇ ਹੋ, ਪਰ ਕਾਨੂੰਨ ਰੱਦ ਨਹੀਂ ਹੋ ਸਕਦੇ। ਪੂਰੇ ਮੁਲਕ ਵਿੱਚ ਕਾਨੂੰਨ ਬਣਾਇਆ ਗਿਆ ਹੈ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਦੂਜੇ ਪਾਸੇ 19 ਤਰੀਕ ਦੀ ਬੈਠਕ ਹੈ। जी बिल्कुल किशन, एक पासे बैठक चल रही है तो दूजे पासे ਇਹੋ ਜਿਹਾ ਬਿਆਨ ਆਣਾ ਤੇ ਉਹਦਾ ਸਿੱਧਾ ਰਿਐਕਸ਼ਨ ਕਿਸਾਨਾਂ ਤੋਂ ਜ਼ਰੂਰ ਲਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਧਰਨਾ ਇੱਥੇ ਲੱਗਿਆ ਹੋਇਆ ਹੈ, ਕਿਉਂਕਿ ਇੱਕ ਪਹਿਲਾ ਸਟੇਜ ਹੈ ਜਦੋਂ ਦਿੱਲੀ ਵੱਲ ਨੂੰ ਆਪਾਂ ਸਿੰਘੂ ਬਾਰਡਰ ਨੂੰ ਆਉਂਦੇ ਆ, ਤੇ ਸਿਰਫ ਇੱਕ ਮਾਤਰ ਇਹ ਸਟੇਜ ਹੈ ਜਿਹੜਾ ਕਿ ਦਿੱਲੀ ਦੀ ਬਾਰਡਰ ਦੇ ਅੰਦਰ ਲੱਗਿਆ ਹੋਇਆ। ਬਾਕੀ ਜਿਹੜੇ ਸਟੇਜ ਨੇ ਉਹ ਦਿੱਲੀ ਦੇ ਬਾਰਡਰ ਤੋਂ ਪਿੱਛੇ ਲੱਗੇ ਹੋਏ ਨੇ। ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ, ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਤਮਾਮ। ਭਾਜੀ ਜਸਬੀਰ ਸਿੰਘ ਜੀ, ਹਜੇ ਬਿਲਕੁਲ ਹੁਣੇ ਹੀ ਲਾਈਵ ਜਿਹੜੀ ਕੀ ਹੈ ਨਰਿੰਦਰ ਤੋਮਰ ਵੱਲੋਂ ਆ ਕੇ ਬਿਆਨ ਦਿੱਤਾ ਗਿਆ ਹੈ ਕਿ ਕਲੋਜ਼ ਬਾਏ ਕਲੋਜ਼ ਚਰਚਾ ਜ਼ਰੂਰ ਕੀਤੀ ਜਾ ਸਕਦੀ ਹੈ ਕਿਸਾਨੀ ਖੇਤੀਬਾੜੀ ਬਿੱਲ ਦੇ ਉੱਤੇ, ਲੇਕਿਨ ਰੱਦ ਨਹੀਂ ਕੀਤਾ ਜਾਊਗਾ। ਹੁਣ ਤੁਹਾਡਾ ਕੀ ਇਹਦੇ ਉੱਤੇ ਕੀ ਰੁਖ ਹੋਊਗਾ? ਕੀ 19 ਦੀ ਮੀਟਿੰਗ ਦੇ ਵਿੱਚ ਜਾਓਗੇ? ਕੀ 26 ਨੂੰ ਜਿਹੜਾ ਕਿ ਟਰੈਕਟਰ ਮਾਰਚ ਕੱਢਣਾ ਉਹ ਕੱਢਿਆ ਜਾਊਗਾ? ਬਿਲਕੁਲ, ਸਰਕਾਰ ਅੱਜ ਤੋਮਰ ਜੀ ਬਿਆਨ ਦੇ ਰਿਹਾ, ਲੇਕਿਨ ਸ਼ੁਰੂ ਤੋਂ ਜੋ ਪਹਿਲਾਂ ਵਾਰਤਾ ਹੋਈ ਆ ਉਸ ਟਾਈਮ ਤੋਂ ਹੀ ਇਹ ਉਹੀ ਕਿ ਵੀ ਚਰਚਾ ਕਰ ਲਓ, ਇਹਦੇ ਉੱਤੇ ਸੰਸ਼ੋਧਨ ਕਰ ਲਓ ਜਿੰਨਾ ਵੀ ਕਰ ਸਕਦੇ ਜੇ, ਪਰ ਇਹ ਰੱਦ ਨਹੀਂ ਕੀਤੇ ਜਾਣੇ। 9 ਦੌਰ ਦੀ ਵਾਰਤਾ ਹੋ ਗਈ, ਅਜੇ ਤੱਕ ਸਰਕਾਰ ਉੱਥੇ ਦੀ ਉੱਥੇ ਹੀ ਖੜੀ ਆ। ਪਰ ਸਾਡੀ ਇੱਕ ਹੀ ਮਨਸਾ ਵਾ ਕਿ ਜਿਹੜੇ ਖੇਤੀ ਦੇ 3 ਕਾਨੂੰਨ ਲੈ ਕੇ ਆਏ ਜੇ, ਇਹ ਕਾਨੂੰਨ ਜਿਹਦਾ ਖਰੜਾ ਜੋ ਤਿਆਰ ਕੀਤਾ ਵਾ ਉਹ ਕਿਸੇ ਬੁੱਧੀਜੀਵ ਖੇਤੀਬਾੜੀ ਮਾਹਰਾਂ ਦੇ ਨਾਲ, ਕਿਸਾਨਾਂ ਨਾਲ ਰਹਿ ਕਰਕੇ ਨਹੀਂ ਇਹ ਖਰੜਾ ਤਿਆਰ ਕੀਤਾ ਗਿਆ। ਇਹ ਕਾਰਪੋਰੇਟ ਘਰਾਣਿਆਂ ਤੇ ਅਡਾਨੀਆਂ ਬਡਾਨੀਆਂ ਦੀ ਅਧਿਕਸ਼ਾ ਦੇ ਵਿੱਚ ਜਿਹੜਾ ਵਾ ਖਰੜਾ ਤਿਆਰ ਕੀਤਾ ਗਿਆ। ਇਸ ਕਰਕੇ ਇਹ ਜਿਹੜਾ ਵਿਸ਼ਾ ਸੀਗਾ ਇਹਨਾਂ ਦਾ, ਖੇਤੀ ਦਾ ਜਿਹੜਾ ਵਿਸ਼ਾ ਵਾ, ਇਹ ਕੇਂਦਰ ਦਾ ਨਹੀਂਗਾ, ਇਹ ਸਟੇਟ ਦਾ ਵਿਸ਼ਾ ਵਾ। ਸਟੇਟ ਇਹਨੂੰ ਕਾਨੂੰਨ ਬਣਾ ਸਕਦਾ ਵਾ, ਪਰ ਇਹ ਕਾਨੂੰਨ ਬਣਾ ਕੇ ਜਿਸ ਤਰ੍ਹਾਂ ਇਹਨਾਂ ਨੇ ਪਾਰਲੀਮੈਂਟ 'ਚ ਪਾਸ ਕਰਕੇ ਤੇ ਆਪਣੇ ਰਾਜ ਸਭਾ ਦੇ ਵਿੱਚ ਕਾਨੂੰਨ ਦੀਆਂ ਲੋਕਤੰਤਰ ਦੀਆਂ ਧੱਜੀਆਂ ਢਾ ਕੇ ਇਹ ਕਾਨੂੰਨ ਨੂੰ ਬਗੈਰ ਵੋਟ ਤੋਂ ਪਾਸ ਕਰਤਾ। ਉਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਦੇ ਟੇਬਲ ਤੇ ਗਏ ਨੇ ਕਾਨੂੰਨ, ਤਾਂ ਰਾਸ਼ਟਰਪਤੀ ਜੀ ਦੀ ਸਾਨੂੰ ਮਨਸ਼ਾ ਦਾ ਨਹੀਂ ਪਤਾ ਕਿ ਸਾਡੇ ਦੇਸ਼ ਦਾ ਜਿਹੜਾ ਰਾਸ਼ਟਰਪਤੀ ਆ, ਸਭ ਤੋਂ ਉੱਚੀ ਨਿਆਲਿਆ ਵਾ, ਉਹਨਾਂ ਨੇ ਇਹਨਾਂ ਗਲਤ ਕਾਨੂੰਨਾਂ ਨੂੰ ਜਾਂ ਗਲਤ ਤਰੀਕੇ ਪਾਸ ਕੀਤੇ ਕਾਨੂੰਨਾਂ ਨੂੰ ਕਿਸ ਤਰ੍ਹਾਂ ਅੱਖਾਂ ਮੀਟ ਕੇ ਸਾਈਨ ਕਰ ਦਿੱਤੇ ਆ। ਇਹਦੇ ਉੱਤੇ ਵੀ ਸਵਾਲ ਖੜਾ ਹੁੰਦਾ ਕਿ ਸਾਡੇ ਦੇਸ਼ ਦੇ ਜੋ ਰਾਸ਼ਟਰਪਤੀ ਆ ਉਹ ਵੀ ਸਰਕਾਰਾਂ ਦੀ ਰਬੜ ਦੀ ਮੋਹਰ ਆ। ਪਰ ਸਾਡੀ ਇੱਕ ਹੀ ਮਨਸਾ ਵਾ ਕਿ ਜਿਹੜੇ ਕਾਨੂੰਨ ਆ ਇਹ ਕਿਸਾਨ, ਮਜ਼ਦੂਰ ਤੇ ਹਰ ਵਰਗ ਦੇ ਜਿਹੜੇ ਆ ਇਹ ਮੌਤ ਦੇ ਵਾਰੰਟ ਆ। ਜੇ ਅੰਨਦਾਤਾ ਦੇਸ਼ ਦਾ ਜਿਹੜਾ ਵਾ ਉਹ ਅੱਜ ਪ੍ਰਭਾਵਿਤ ਹੋ ਜਾਂਦਾ, ਉਹਦੇ ਕੋਲ ਮੰਡੀ ਖੁੱਸ ਜਾਂਦੀ ਆ, ਉਹਦੀ ਜ਼ਮੀਨ ਖੁੱਸ ਜਾਂਦੀ ਆ, ਉਹਦੇ ਕੋਲ ਰਹਿੰਦਾ ਕੁਛ ਨਹੀਂਗਾ, ਤੇ ਉਹਦੇ ਨਾਲ ਇੱਕ ਇਕੱਲਾ ਕਿਸਾਨ ਨਹੀਂ ਜਾਊਗਾ, ਮਜ਼ਦੂਰ ਵੀ ਜਾਊਗਾ, ਆੜਤੀਆ ਹਜ਼ਾਰਾਂ ਵਰਗ ਜਿਹੜੇ। ਜਸਬੀਰ ਜੀ, ਸਰਕਾਰ ਜਿਹੜੀ ਕਿ ਉਹ ਫਿਰ ਕਲੋਜ਼ ਬਾਏ ਕਲੋਜ਼ ਟਾਕ ਦੇ ਉੱਤੇ ਗੱਲ ਕਰ ਰਹੀ ਹੈ, ਸੰਸ਼ੋਧਨ ਦੇ ਉੱਤੇ ਗੱਲ ਕਰ ਰਹੀ ਹੈ, ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਰੱਦ ਹੀ ਕਰਾਉਣੇ ਪੈਣਗੇ ਬਿੱਲ। ਡੈਡਲੌਕ ਬਣਦਾ ਨਜ਼ਰ ਆ ਗਿਆ। ਤੁਹਾਡੇ ਮੁਤਾਬਕ ਕੀ ਸੋਲੂਸ਼ਨ ਹੋਊਗਾ ਹੁਣ? ਬਿਲਕੁਲ, ਸਰਕਾਰ ਨੇ ਕਲੋਜ਼ ਬਾਏ ਕਲੋਜ਼ ਚਰਚਾ ਕਰਨ ਦੀ ਗੱਲ ਕੀਤੀ ਆ। ਸਰਕਾਰ ਨੇ ਤੇ ਇੱਥੋਂ ਤੱਕ ਵੀ ਕਹਿਤਾ ਕਿ ਜਿੰਨੀਆਂ ਸਜ਼ਾਵਾਂ ਜੋ ਤੁਸੀਂ ਕਹਿਣਾ ਚਾਹੁੰਦੇ ਜੋ ਉਹ ਹੀ ਕਰ ਦਿੰਦੇ ਆ, ਪਰ ਅਮਿਤ ਸ਼ਾਹ ਜੀ ਕਹਿੰਦੇ ਕਿ ਖਾਲੀ ਡੱਬਾ ਸਾਡੇ ਕੋਲ ਰਹਿਣ ਦਿਓ। ਖਾਲੀ ਡੱਬੇ ਦੀ ਕੀ ਮਨਸਾ ਵਾ? ਸਾਨੂੰ ਪਤਾ ਵੀ ਖਾਲੀ ਡੱਬਾ ਰੱਖ ਕੇ ਉਹਦੇ ਉੱਤੇ ਜੋ ਲੇਬਲ ਲੱਗਾ ਵਾ ਉਹਦੇ ਵਿੱਚ ਦੁਬਾਰਾ ਕੁਝ ਪੈ ਸਕਦਾ ਵਾ। ਤੇ ਇਸ ਕਰਕੇ ਸਾਡਾ ਇਹ ਆ ਵੀ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ। ਦੁਬਾਰਾ ਜਦੋਂ ਕੋਈ ਸਰਕਾਰ ਕਾਨੂੰਨ ਬਣਾਉਣਾ ਚਾਹੁੰਦੀ ਆ ਤੇ ਉਹਦੀ ਸਹੀ ਕਮੇਟੀ ਬਣਾ ਕੇ ਖੇਤੀਬਾੜੀ ਮਾਹਰਾਂ ਨਾਲ, ਬੁੱਧੀਜੀਵਾਂ ਨਾਲ, ਕਿਸਾਨਾਂ ਨਾਲ, ਕਿਸਾਨ ਦੇ ਆਪਣੇ ਸਰਕਾਰ ਦੇ ਨੁਮਾਇੰਦੇ ਬਹਿਣ, ਫੇਰ ਇਹ ਕਾਨੂੰਨ ਬਣਾਏ ਜਾਣ। ਉਹਨਾਂ ਚਿਹਰੇ ਜਿਹੜੇ ਕਾਨੂੰਨ ਆ ਅਸੀਂ ਕਿਸੇ ਹਾਲਤ ਦੇ ਵਿੱਚ ਨਹੀਂ ਮੰਨਾਂਗੇ। ਸੰਯੁਕਤ ਮੋਰਚੇ ਦੀ ਮੀਟਿੰਗ ਵੀ ਚੱਲ ਰਹੀ ਹੈ। 26 ਤਰੀਕ ਦੇ ਲਈ ਕੀ ਕੁਝ ਸਟ੍ਰੈਟਜੀ ਹਜੇ ਤੱਕ ਡਿਸਾਈਡ ਕੀਤੀ ਗਈ ਹੈ? 26 ਤਰੀਕ ਦੇ ਲਈ ਕੀ ਕੁਝ ਰੂਟ ਮੈਪ ਡਿਸਾਈਡ ਕੀਤਾ ਗਿਆ ਹਜੇ ਤੱਕ? ਵੇਖੋ, 26 ਤਰੀਕ ਦਾ ਸਾਡਾ ਐਲਾਨ ਕੀਤਾ ਹੋਇਆ ਵਾ। ਵੱਖ-ਵੱਖ ਜਿਹੜੇ ਇੱਥੇ ਅੰਦੋਲਨ ਦੇ ਵਿੱਚ ਦਿਹਾੜੇ ਆ ਰਹੇ ਆ, ਜਾਂ ਸਾਹਿਬਜ਼ਾਦਿਆਂ ਸ਼ਹੀਦੀ ਦਾ ਹੀਗਾ, ਲੋਹੜੀ ਦਾ ਹੀਗਾ,
ਮਕਰ ਸੰਕ੍ਰਾਂਤੀ ਹੀ ਗਿਆ, ਉਹ ਦਿਹਾੜਾ ਮਨਾਇਆ। ਹੁਣ 18 ਤਰੀਕ ਨੂੰ ਕਿਸਾਨ ਔਰਤਾਂ ਦਾ ਵਾ, ਫਿਰ 20 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ, 23 ਤਰੀਕ ਨੂੰ ਜਿਹੜਾ ਨੇਤਾ ਜੀ ਸੁਭਾਸ਼ ਚੰਦਰ ਦਾ ਦਿਹਾੜਾ, ਇਹ ਸਾਰੇ ਮਨਾਏ ਜਾਣੇ ਆ। ਤੇ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਆ, ਉਹਦੇ ਉੱਤੇ ਸਾਡਾ ਐਲਾਨ ਆ ਕਿ ਜਿਸ ਤਰ੍ਹਾਂ ਸਾਡੇ ਬੱਚੇ ਆ ਸਰਹੱਦਾਂ ਦੀ ਰਾਖੀ ਕਰਦੇ, ਉਹ ਫੋਰਸਾਂ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਉਹਨਾਂ ਫੋਰਸਾਂ ਨੇ ਦਿੱਲੀ ਦੇ ਵਿੱਚ ਗਣਤੰਤਰ ਦੇ ਦਿਵਸ ਤੇ ਪਰੇਡ ਕਰਨੀ ਆ। ਤੇ ਉਹਦੇ ਨਾਲ ਦੇਸ਼ ਦੀ ਜਿਹੜੀ ਵੱਡੀ 86% ਜਿਹੜੀ ਕਿਸਾਨੀ ਆ, ਉਹਨਾਂ ਦੇ ਬਾਪ, ਉਹਨਾਂ ਦੇ ਜਿਹੜੇ ਖੇਤੀ ਕੰਮ ਕਰਦੇ ਆ, ਉਹ ਵੀ ਆਪਣੇ ਟਰੈਕਟਰਾਂ ਦੇ ਨਾਲ ਲਿਆ ਕੇ ਦਿੱਲੀ ਦੇ ਵਿੱਚ ਜਿਹੜਾ ਪਰੇਡ ਕਰਨ। ਇੱਕ ਬੰਨੇ ਸਾਡੇ ਬੱਚੇ ਕਰਨ, ਇੱਕ ਬੰਨੇ ਉਹਨਾਂ ਦੇ ਬਾਪ ਕਰਨ। ਪਰ ਸਰਕਾਰ ਜਿਹੜੀ ਆ, ਉਹ ਟਰੈਕਟਰ ਪਰੇਡ ਦੇ ਉੱਤੇ ਕਈ ਤਰ੍ਹਾਂ ਦੇ ਰੋਕਾਂ ਲਾਉਣੀ ਚਾਹੁੰਦੀ ਆ। ਇਹ ਦਿੱਲੀ ਦੀ ਪੁਲਿਸ, ਦਿੱਲੀ ਦੀ ਸਰਕਾਰ, ਉਹ ਕਹਿੰਦੀ ਕਿ ਬਗੈਰ ਪਾਸ ਤੋਂ ਕੋਈ ਦਿੱਲੀ 'ਚ ਐਂਟਰੀ ਨਹੀਂ ਕਰੂਗਾ। ਇੱਥੇ ਹੀ ਕਹਿੰਦਾ ਨਹੀਂ, ਉਹਦੇ ਐਂਟਰੀ ਪਹਿਲਾਂ ਹੀ ਅਸੀਂ ਕਰ ਚੁੱਕੇ ਹੋਏ ਆ, ਐਂਟਰੀ ਕਰਕੇ ਬੈਠੇ ਹੋਏ ਆ। 26 ਤਰੀਕ ਨੂੰ ਜਿਹੜਾ 26 ਜਨਵਰੀ ਨੂੰ ਸਾਡਾ ਅਸੀਂ ਬਿਲਕੁਲ ਜਿਹੜਾ ਵਾ ਕੋਈ ਪਾਹਨਵਾ, ਇਹ ਪਰੇਡ ਸਾਡੀ ਹੋਊਗੀ, ਹਰ ਹਾਲਤ 'ਚ ਹੋਊਗੀ। ਇਹਨੂੰ ਅਸੀਂ ਪਰੇਡ ਨੂੰ ਕਰਕੇ ਇੱਕ ਜਿਹੜਾ ਸਰਕਾਰ ਨੂੰ ਵੱਡਾ ਸੁਨੇਹਾ ਦੇਗਾ, ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ, MSP ਦਾ ਕਾਨੂੰਨ ਬਣਾਉਣ ਵਾਸਤੇ। ਜੀ ਲਖਵਿੰਦਰ ਜੀ, ਪਹਿਲੀ ਸਟੇਜ ਇੱਥੇ ਲੱਗੀ ਹੋਈ ਹੈ, ਇਸ ਤੋਂ ਪਿੱਛੇ ਕਾਫੀ ਸਟੇਜਾਂ ਲੱਗੀਆਂ ਹੋਈਆਂ ਨੇ, ਲਗਾਤਾਰ ਟਰੈਕਟਰ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ। ਲੱਗਦਾ 26 ਨੂੰ ਵੀ ਸਮਰਥਨ ਪੂਰਾ ਮਿਲਦਾ ਨਜ਼ਰ ਆਊਗਾ। किसान मजदूर संघर्ष कमेटी पंजाब जिला अमृतसर का प्रधान लखविंदर सिंह वरियाम नंगल में बोल रहा हूँ। स्टेजा पिछे भी लगियां, इत्थे भी लगियां, टिकरी बोर्ड ते ਬਿਲਕੁਲ ਅਨਮੋਲ, ਤੁਸੀਂ ਸਾਡੇ ਨਾਲ ਜੁੜੇ ਰਹੇ ਹੋ। ਰਾਕੇਸ਼ ਟਕੈਤ ਤੇ ਕਿਸਾਨ ਆਗੂ ਨੇ, ਉਹ ਕੀ ਕਹਿ ਰਹੇ ਨੇ, ਆਓ ਸੁਣਦੇ ਹਾਂ। प्रोपेगेंडा किया जा तो इतने ट्रैक्टरों से क्या व्यवस्था होगी, कहाँ वे जाएंगे, एक जगह इकट्ठा करेंगे, 2 जगह जाएंगे, 10 जगह जाएंगे, तो पूरी तैयारी उनकी चल रही है। कृषि मंत्री ने भी कहा है कि जो कमेटी बनाई उसकी बात तो माननी चाहिए, अब तो हट छोड़ना चाहिए। नहीं, हमारी हट कहाँ है, हमारी तो हट तो किसान करता ही नहीं। हम कमेटी से ही तो बात कर रहे हैं, जो भारत सरकार की कमेटी है उसके साथ में बात कर रहे हैं। कृषि मंत्री भी तो बात करता है, उसी में ही तो रहता है। सुप्रीम कोर्ट की कमेटी, सुप्रीम कोर्ट में तो हम गए ही नहीं। ये सरकार बाया सुप्रीम कोर्ट हमको जो फंसाना चाहती है जाल में। हमने सरकार को जो 8 अंक होता है, 8 इंग्लिश का, किसानों ने उसमें फंसा रखा है, वो निकल नहीं सकती सरकार। हमारे जाल से सरकार निकल ही नहीं सकती। सरकार हमको फंसाना चाहती है, हमने सरकार को फंसा लिया। विपक्ष कितना कम? विपक्ष देश में कमजोर है। विपक्ष सरकार से डर गया। अब हाउस में देखते हैं कि विपक्ष क्या करता है, वहां पे कुछ हंगामा करता है या बिल्कुल बैठता है चुपचाप। ऐसे नहीं बैठना चाहिए, विपक्ष को अपना भूमिका निभानी चाहिए। अगर विपक्ष देश में मजबूत होता तो देश के किसान की यह हालात आज नहीं होती। थैंक यू। ਕਵਰੇਜ ਦਿਖਾ ਰਹੇ ਹਾਂ, ਪਰ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਇੱਕ ਵੱਡਾ ਬਿਆਨ ਦੇ ਕੇ ਗਏ ਨੇ ਅਨਮੋਲ। ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਯੂਨੀਅਨਾਂ ਟੱਸ ਤੋਂ ਮਸ ਹੀ ਨਹੀਂ ਹੋ ਰਹੀਆਂ। यानी कि समझिए कि लगातार सरकार का यह रुख स्पष्ट है कि कानून नहीं रद्द हो सकते। जी बिल्कुल किशन, जिहड़ा कि सरकार दा पहला भी आई रुख सीगा, सरकार वालों बार-बार जिहड़ी मीटिंगां कीतियां गईयां ਉਹਦੇ ਵਿੱਚ ਵੀ ਸਾਫ਼ ਤੌਰ ਤੇ ਆਹੀ ਕਿਹਾ ਗਿਆ। ਜਿਹੜੇ ਕਿਸਾਨ ਆਗੂ ਨੇ, ਕਿਸਾਨ ਨੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਵੀ ਖੇਤੀਬਾੜੀ ਕਾਨੂੰਨ ਨੇ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਲੇਕਿਨ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਸਾਡੇ ਹਿੱਤ ਵਿੱਚ ਹੈ ਤਾਂ ਉਹ ਕਿਸਾਨ ਜਿਹੜੇ ਕਿ ਖੇਤੀ ਕਾਨੂੰਨ ਨੇ ਉਹ ਸਾਨੂੰ ਨਹੀਂ ਚਾਹੀਦੇਗੇ। ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਇਰਾਦੇ ਬਿਲਕੁਲ ਇੱਥੇ ਮਜ਼ਬੂਤ ਨਜ਼ਰ ਆ ਰਹੇ ਆ। ਤੁਹਾਨੂੰ ਇੱਕ ਵਾਰੀ ਕੱਟ ਦਿਖਾ ਦਈਏ, ਇੱਥੇ ਤੁਹਾਨੂੰ ਦਿਖਾਵਾਂਗੇ ਛੋਟੇ ਛੋਟੇ ਬੱਚੇ ਵੀ ਜਿਹੜੇ ਕਿ ਮੌਜੂਦ ਨੇ, ਤੁਸੀਂ ਵੇਖ ਸਕਦੇ ਹੋ। ਜਿਹੜਾ ਕਿ ਇੱਥੇ ਲਿਖਿਆ ਵੀ ਹੋਇਆ ਹੈ, ਨੋ ਫਾਰਮਰ ਨੋ ਫੂਡ ਨੋ ਫਿਊਚਰ। ਬੇਟਾ ਨਾਂ ਕੀ ਹੈ ਆਪਣਾ? ਅਨੂਪ ਸਿੰਘ ਕਲਸੀ। ਹਾਂ ਅਨੂਪ ਸਿੰਘ ਜੀ, ਕਿਵੇਂ ਸਮਰਥਨ ਦੇ ਰਹੇ ਹੋ ਤੁਸੀਂ ਕਿਸਾਨਾਂ ਨੂੰ? ਬੋਲੋ। ਧਰਨੇ ਤੇ ਰਹੋਗੇ, ਡਟੇ ਰਹੋਗੇ, ਬਿੱਲ ਰੱਦ ਕਰਵਾ ਕੇ ਜਾਓਗੇ? ਯੈਸ। ਤਾਂ ਤੁਸੀਂ ਵੇਖਿਆ ਬੱਚਿਆਂ ਦੇ ਵਿੱਚ ਬਿਲਕੁਲ ਮੈਂ ਚਾਹਾਂਗਾ ਅਨਮੋਲ 26 ਤਾਰੀਖ ਵਾਲੇ ਸੰਘਰਸ਼ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਹੋਵੇ ਕਿ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਗੀਆਂ। ਜੇ ਤੁਹਾਡੇ ਕੋਲੇ ਆਗੂ ਇੱਥੇ ਖੜੇ ਨੇ ਤਾਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ ਕਿ 26 ਤਰੀਕ ਨੂੰ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ। ਜੀ ਬਿਲਕੁਲ 26 ਤਰੀਕ ਦਾ ਜਿਹੜਾ ਕਿ ਹੈ ਗਣਤੰਤਰ ਦਿਵਸ ਦਿੱਲੀ ਦੇ ਵਿੱਚ ਜਾ ਕੇ ਕਿਸਾਨਾਂ ਵੱਲੋਂ ਮਨਾਇਆ ਜਾਊਗਾ। ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ। ਕਿਸਾਨ ਆਗੂ ਸਾਡੇ ਨਾਲ ਜਿਹੜੇ ਮੌਜੂਦ ਨੇ, ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਮਨਾਇਆ ਜਾਊਗਾ, ਕੀ ਕੁਝ ਰੂਟ ਮੈਪ ਹੋਊਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰੀਕੇ ਦੇ ਨਾਲ ਗਣਤੰਤਰ ਦਿਵਸ ਤੁਹਾਡੇ ਵੱਲੋਂ ਮਨਾਇਆ ਜਾਊਗਾ ਤੇ ਦਿੱਲੀ ਨੂੰ ਦੱਸਿਆ ਜਾਊਗਾ ਕਿ ਤੁਹਾਨੂੰ ਵੀ ਹੱਕ ਹੈ ਪੂਰਾ ਹਰ ਤਿਉਹਾਰ ਮਨਾਉਣ ਦਾ ਤੇ ਆਪਣੀ ਗੱਲ ਅੱਗੇ ਰੱਖਣ ਦਾ।
ਵੇਖੋ ਸਾਡੀਆਂ ਗਣਤੰਤਰ ਦਿਵਸ ਦੇ ਜਿਹੜਾ ਐਲਾਨ ਕੀਤਾ ਹੋਇਆ ਵਾ ਉਸ ਐਲਾਨ ਦੇ ਉੱਤੇ ਅੱਜ ਸਾਡਾ ਸੰਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ। ਲੰਬੀ ਮੀਟਿੰਗ ਚੱਲੇਗੀ, ਲੰਬੀ ਚਰਚਾ ਹੋਏਗੀ ਉੱਤੇ। ਉਹਦੇ ਉੱਤੇ ਸਾਰੀ ਰਣਨੀਤੀ ਜਿਹੜੀ ਆ ਉਹ ਤੈਅ ਹੋਏਗੀ ਕਿ ਜਿਹੜਾ ਵਾ ਇਹ 26 ਤਰੀਕ ਨੂੰ ਕਿੰਨੇ ਵਜੇ ਕਿੱਥੋਂ ਜਿਹੜਾ ਵਾ ਇਹ ਦਿੱਲੀ ਵੱਲ ਨੂੰ ਜਿਹੜਾ ਵਾ ਇਹ ਮਾਰਚ ਕੀਤਾ ਜਾਊਗਾ। ਇਹ ਸਾਰਾ ਜਿਹੜਾ ਉਸ ਮੀਟਿੰਗ ਦਾ ਹਿੱਸਾ ਵਾ। ਪਰ ਇਹ ਗੱਲ ਅਸੀਂ ਤੁਹਾਨੂੰ ਸਾਫ਼ ਕਹਿ ਦੇਣੀ ਚਾਹੁੰਦੇ ਆ ਕਿ ਗਣਤੰਤਰ ਦਿਵਸ ਦੇ ਉੱਤੇ ਸਾਡੀ ਹਰ ਹਾਲਤ ਦੇ ਵਿੱਚ ਪਰੇਡ ਜਿਹੜੀ ਆ ਉਹ ਕੀਤੀ ਜਾਣੀ ਆ। ਉਹਦੇ ਵਾਸਤੇ ਸਾਡੀਆਂ ਜਿਹੜੀਆਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਲੱਗਦਾ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰੇਡ ਨਾ ਹੋਵੇ। ਬਿਲਕੁਲ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਬਗੈਰ ਪਾਸ ਤੋਂ ਐਂਟਰੀ ਨਹੀਂ ਕਰਨ ਦੇਣੀ, ਪਰ ਅਸੀਂ ਉਹ ਐਂਟਰੀਆਂ ਜਿਹੜੀਆਂ ਖਤਮ ਕਰ ਦੇਣੀਆਂ ਵਾ। ਸਾਡਾ ਜਮਹੂਰੀ ਹੱਕ ਆ, ਸਾਡਾ ਦੇਸ਼ ਆ, ਗਣਤੰਤਰ ਦਿਵਸ ਆ, ਆਜ਼ਾਦੀ ਦਿਵਸ ਆ ਸਾਡਾ, ਤੇ ਉਹਦੇ ਉੱਤੇ ਅਸੀਂ ਕਿਉਂ ਨਾ ਪਰੇਡ ਕਰੀਏ। ਲੱਖਾਂ ਲੋਕ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਤੇ ਆਪਣਾ ਗਣਤੰਤਰ ਦਿਵਸ ਮਨਾਉਣ ਨਾਲ ਸਰਕਾਰ ਨੂੰ ਕੀ ਪ੍ਰੋਬਲਮ ਆ? ਕਿਸ ਚੀਜ਼ ਦੀ ਪ੍ਰੋਬਲਮ? ਕਿਉਂ ਨਹੀਂ ਉਸ ਕਿਸਾਨਾਂ ਨੂੰ ਜਿਹੜੀ ਟਰੈਕਟਰ ਪਰੇਡ ਕਰਨ ਦਿੰਦੀ? ਸਾਡਾ ਜਿਹੜੀ ਆ ਉਹ ਕਿਸਾਨੀ 86% ਦੇਸ਼ ਦੀ ਕਿਸਾਨੀ ਅਸੀਂ ਪਹਿਲਾਂ ਕਹਿ ਚੁੱਕੇ ਆ ਕਿ ਜਦੋਂ ਸਾਨੂੰ ਮੌਕਾ ਮਿਲਿਆ ਸਾਨੂੰ ਪਰੇਡ ਕਰਨ ਦੇਣੀ ਚਾਹੀਦੀ ਹੈ, ਗਣਤੰਤਰ ਦਿਵਸ ਮਨਾਉਣ ਦੇਣਾ ਚਾਹੀਦਾ। ਇਹ ਪਿਛਲਾ ਇਤਿਹਾਸ ਆ ਕਿ 47 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਬਹੁਤ ਤਗੜੀ ਜਿਹੜੀ ਆ ਟਰੈਕਟਰ ਪਰੇਡ ਜੇ ਦੱਸ ਰਿਹਾ ਵੀ ਉਦੋਂ ਟਰੈਕਟਰ ਪਰੇਡ ਹੋਈ ਸੀ, ਬੜੇ ਲੋਕਾਂ ਨੇ ਵੇਖੀ ਸੀਗੀ। ਤੇ ਹੁਣ ਕੀ ਹੋ ਗਿਆ? ਕਿਉਂ ਕਿਸਾਨਾਂ ਤੋਂ ਡਰ ਲੱਗ ਰਿਹਾ? ਕਿਉਂ ਸਾਨੂੰ ਬਦਨਾਮ ਕੀਤਾ ਜਾ ਰਿਹਾ? ਕਿਉਂ ਸਾਨੂੰ ਨਕਸਲਵਾਦੀ, ਮਾਓਵਾਦੀ ਕਹਿ ਕੇ, ਖਾਲਿਸਤਾਨੀ ਕਹਿ ਕੇ, ਕਿਉਂ ਪਾਕਿਸਤਾਨ ਨਾਲ, ਚਾਈਨਾ ਨਾਲ ਜੋੜ ਕੇ ਸਾਨੂੰ ਜਿਹੜਾ ਵਾ ਇਸ ਪਾਸੇ ਨੂੰ ਜਿਹੜਾ ਵਾ ਸਾਡੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ, ਕਮਜ਼ੋਰ ਕੀਤਾ ਜਾ ਰਿਹਾ ਵਾ। ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਸਮੁੱਚਾ ਕਿਸਾਨਾਂ ਦਾ, ਪੂਰੇ ਭਾਰਤ ਵਸੀਆਂ ਵਰਸ਼ੇ ਦੇ ਲੋਕਾਂ ਦਾ, ਉਹਨਾਂ ਦਾ ਅੰਦੋਲਨ ਚੱਲ ਰਿਹਾ। ਦੇ ਵਿੱਚ ਸਾਰਾ ਭਾਰਤ ਵਰਸ਼ ਸ਼ਾਮਲ ਆ। ਬਿਲਕੁਲ ਕੋਈ ਪੋਲੀਟੀਕਲ ਪਾਰਟੀ, ਹੋਰ ਕੋਈ ਲਹਿਰੀ ਜਾਂ ਇਸ ਤਰ੍ਹਾਂ ਦਾ ਕੋਈ ਇਹਦੇ ਵਿੱਚ ਨਹੀਂਗਾ। ਸਾਨੂੰ ਬਦਨਾਮ ਨਾ ਕੀਤਾ ਜਾਵੇ। ਸਾਨੂੰ ਜਿਹੜਾ ਆਪਣੀ ਜਿਹੜੀ ਆ 26 ਜਨਵਰੀ ਨੂੰ ਅਸੀਂ ਪਰੇਡ ਕਰਾਂਗੇ। ਤੇ ਸਾਫ਼ ਤੌਰ ਤੇ ਕਿਸਾਨਾਂ ਦੇ ਇਰਾਦੇ ਬਿਲਕੁਲ ਇਹ ਵੀ ਸਪਸ਼ਟ ਕਹਿਣਾ ਕਿ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਬਾਰਡਰਾਂ ਤੇ ਹੀ ਜਿਹੜਾ ਉਹ ਪਰੇਡ ਕਰਾਂਗੇ। ਕੁਝ ਜਥੇਬੰਦੀਆਂ ਕਹਿ ਰਹੀਆਂ ਨੇ, ਹਾਲਾਂਕਿ ਸਪਸ਼ਟ ਹੋ ਜਾਊਗਾ ਉਹਨਾਂ ਜਥੇਬੰਦੀਆਂ ਦੇ ਬਿਆਨਾਂ ਨੂੰ ਫਿਰ ਅਸੀਂ ਕਿਵੇਂ ਦੇਖੀਏ। ਇਹ ਕੋਈ ਜਥੇਬੰਦੀ ਕਹਿ ਰਹੀ ਹੈ ਦਿੱਲੀ ਵਿੱਚ ਵੜਾਂਗੇ ਤੇ ਕੋਈ ਕਹਿ ਰਹੇ ਨੇ ਸਿਰਫ ਬਾਰਡਰਾਂ ਤੇ ਟਰੈਕਟਰ ਮਾਰਚ ਹੋਊਗਾ, ਟਰੈਕਟਰ ਪਰੇਡ ਸਿਰਫ ਬਾਰਡਰਾਂ ਤੇ ਹੋਊਗੀ। जी बिल्कुल, जेकर गल की जाए ਇਹੋ ਜਿਹੇ ਬਿਆਨਬਾਜ਼ੀ ਦੀ ਤੇ ਉਹਦੇ ਪਿੱਛੇ ਕੋਈ ਕਾਰਨ ਹੈ ਕਿ ਹਜੇ ਤੱਕ ਜਿਹੜੀ ਕਿ ਸਟ੍ਰੈਟਜੀ ਪੂਰੀ ਤਰੀਕੇ ਨਾਲ ਡਿਸਾਈਡ ਨਹੀਂ ਹੋਈ ਹੈ ਕਿ ਸਟ੍ਰੈਟਜੀ ਕੀ ਕੁਝ ਰਹਿਣ ਵਾਲੀ ਹੈ। ਜਿਸ ਤਰੀਕੇ ਨਾਲ ਸੰਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ, ਉਸ ਮੀਟਿੰਗ ਤੋਂ ਬਾਅਦ ਪੂਰੀ ਸਟ੍ਰੈਟਜੀ ਡਿਸਾਈਡ ਹੋ ਜੂਗੀ। ਤਾਂ ਉਸ ਮੀਟਿੰਗ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਉਹਦੇ ਵਿੱਚ ਡਿਟੇਲ ਵੀ ਦਿੱਤੀ ਜਾਊਗੀ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਧਰਨਾ ਦਿੱਤਾ ਜਾਊਗਾ, ਕਿਉਂਕਿ ਹਜੇ ਤੱਕ ਪਿਕਚਰ ਜਿਹੜੀ ਕਿ ਹੈ ਉਹ ਕਲੀਅਰ ਨਹੀਂ ਹੁੰਦੀ ਨਜ਼ਰ ਆ ਰਹੀ ਕਿ ਕਿਸ ਤਰੀਕੇ ਦੇ ਨਾਲ ਧਰਨੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਜੇ ਸਾਡੇ ਨਾਲ ਮੌਜੂਦ ਸੀਗੇ ਕਿਸਾਨ ਆਗੂ। ਹੁਣ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਉਹ ਸਾਰੇ ਕਿਸਾਨ, तमाम ਕਿਸਾਨ ਜੋ ਕਿ ਇਨ ਧਰਨਿਆਂ ਦੇ ਵਿੱਚ ਸ਼ਾਮਿਲ ਨੇ, ਜੋ ਕਿ ਸਮਰਥਨ ਦੇ ਰਹੇ ਨੇ ਇਨ ਧਰਨਿਆਂ ਦਾ। ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿ ਕਿਸਾਨ ਨੇ ਉਹ ਮੌਜੂਦ ਨੇ ਤੇ ਅੱਜ ਹੀ ਨਹੀਂ ਕਾਫੀ ਦਿਨਾਂ ਤੋਂ ਮੌਜੂਦ ਨੇ। ਜ਼ਰੂਰ ਗੱਲਬਾਤ ਕਰਾਂਗੇ। ਬਾਪੂ ਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ? ਸਾਨੂੰ ਹਵੇ 15 ਪਹਿਲਾਂ 15 ਫੇਰ ਲਾਏ ਆਣਗੇ। 15 ਫੇਰ। ਠੰਡ ਬਹੁਤ ਹੈ, ਮੀਂਹ ਵੀ ਪੈ ਰਿਹਾ ਸੀਗਾ, ਮੌਸਮ ਦੀ ਮਾਰ ਪੈ ਰਹੀ ਹੈ, ਇਹਦੇ ਬਾਵਜੂਦ ਡਟੇ ਰਹੋਗੇ, ਮਜ਼ਬੂਤ ਨਹੀਂ ਇਰਾਦੇ? ਬਿਲਕੁਲ ਕੋਈ ਪਰਵਾਹ ਨਹੀਂ ਜੀ। 26 ਨੂੰ ਟਰੈਕਟਰ ਲੈ ਕੇ ਦਿੱਲੀ ਵੀ ਜਾਣਾ, ਪੱਕੀ ਗੱਲ ਹੈ? ਜਾਵਾਂਗੇ। ਪੱਕੀ ਗੱਲ ਹੈ ਬਾਬੂ? ਪੱਕੀ ਗੱਲ ਜੀ, ਪੱਕੀ ਗੱਲ। ਜਾਵਾਂਗੇ ਡਾਕਟਰ ਕੇ 26 ਤਰੀਕ ਨੂੰ। ਤੇ ਕਿਸਾਨ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਿਲਕੁਲ। ਇੱਕ ਹੋਰ ਵੱਡੀ ਖਬਰ ਨੂੰ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਦੇ ਮੁਲਾਕਾਤ ਹੋਈ ਹੈ। ਵੱਡੀ ਖਬਰ ਕਿ ਕਿਸਾਨ ਆਗੂਆਂ ਦੇ ਬੈਠਕ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਉਹਨਾਂ ਨਾਲ ਇਹ ਮੁਲਾਕਾਤ ਹੋਈ ਹੈ ਕੁਝ ਸੰਸਦ ਮੈਂਬਰਾਂ ਦੇ। ਮੈਂ ਚਾਹੂੰਗਾ ਗੁਲਾਟੀ, ਅਨਮੋਲ, ਕਿ ਤੁਸੀਂ ਕਿਸਾਨ ਆਗੂਆਂ ਤੋਂ ਇਸ ਤੇ ਸਪਸ਼ਟੀਕਰਨ ਲਿਓ ਕਿ ਤੁਹਾਡੇ ਕੁਝ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਹਰਿਆਣਾ ਤੋਂ ਸੀਨੀਅਰ ਆਗੂ ਮੰਨੇ ਜਾਂਦੇ ਨੇ ਕਿਸਾਨਾਂ ਦੇ, ਉਹ ਕੁਝ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਆਏ ਨੇ। ਪੰਜਾਬ ਦੇ ਸੰਸਦ ਮੈਂਬਰ ਤੇ ਵਿਧਾਇਕ ਉਸ ਬੈਠਕ ਵਿੱਚ ਹਾਜ਼ਰ ਸਨ। जी बिल्कुल, किसान आगुआ तो भी जरूर गलबात की हो, क्योंकि हजे असीं गल कर रहे थे उन किसानों के नाल, उन तमाम लोगों के नाल जिहड़े कि इस धरने दे विच शामिल ने ते लगातार अपनी गल जिहड़ी की है वो दिल्ली तक पहुँचाने की कोशिश कर रहे हैं। तमाम जिहड़े किसान आगू ने वो भी इस वक्त इत्थे मौजूद ने ते जरूर पूछांगे कि किस तरीके दे नाल इस मीटिंग नूं वेख्या जावे, इस मीटिंग नूं किस तरीके नाल वेख्या जावे जिहड़ी कि मीटिंग एक कीती गई है। जेकर मीटिंग की गल की जाए तो किसान आगुआं की मीटिंग हुण जिहड़ी की है सांसद मैंबरां नाल हुई है। तो इस मीटिंग के की कुछ मायने ने, उस मीटिंग बारे भी जरूर पूछांगे। लखविंदर जी,
ਕੁਝ ਹੀ ਦੇਰ ਪਹਿਲਾਂ ਕੁਝ ਕਿਸਾਨ ਆਗੂਆਂ ਦੀ ਜਿਹੜੇ ਕਿ ਪੰਜਾਬ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਨੇ, ਪੰਜਾਬ ਦੇ ਸੰਸਦ ਮੈਂਬਰ ਨੇ, ਉਹਨਾਂ ਦੇ ਨਾਲ ਵੀ ਕੋਈ ਮੀਟਿੰਗਾਂ ਹੋਈਆਂ ਨੇ, ਮੁਲਾਕਾਤਾਂ ਹੋਈਆਂ। ਕੀ ਲੱਗਦਾ ਹੈ ਕਿ ਅੱਗੇ ਦੀ ਸਟ੍ਰੈਟਜੀ ਡਿਸਾਈਡ ਕੀਤੀ ਜਾ ਰਹੀ ਹੈ? ਆ ਵੇਖੋ, ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਉਹ ਕੀ ਕੁਛ ਕਰਦੀਆਂ, ਉਹਨਾਂ ਨਾਲ ਸਾਡਾ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਆ। ਵੈਸੇ ਬਿਲਕੁਲ ਅਨਮੋਲ ਗੁਰਨਾਮ ਸਿੰਘ ਚੜੂਣੀ ਉਹ ਕਿਸਾਨ ਆਗੂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੈਰੀਕੇਡਿੰਗ ਤੋੜੇ ਸੀ। ਮੈਂ ਚਾਹਾਂਗਾ ਕਿ ਇਹਨਾਂ ਆਗੂਆਂ ਨੂੰ ਪੁੱਛੋ ਕਿ ਉਹਨਾਂ ਦੀ ਬੈਠਕ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਚੱਲ ਰਹੀ ਹੈ। ਜਨ ਅੰਦੋਲਨ ਬਣ ਗਿਆ, ਕਿਸਾਨੀ ਦਾ ਕਿੱਤਾ ਲੈ ਕੇ ਚੱਲੇ ਸੀ, ਕਿਸਾਨੀ ਤੋਂ ਹੁਣ ਇਨਸਾਨੀਅਤ ਵਾਲੀ ਲੜਾਈ ਬਣ ਗਈ ਆ। ਤੇ ਕੁੱਲੇ ਪੰਜਾਬ ਦੀ ਨਹੀਂ ਰਹਿ ਗਈ, ਆਪਣਾ ਹਰਿਆਣੇ ਦੀ ਨਹੀਂ ਰਹਿ ਗਈ, ਪੂਰੇ ਭਾਰਤ ਵਰਸ਼ ਦੀ ਹੋ ਗਈ ਆ। ਤੇ ਪੂਰਾ ਭਾਰਤ ਵਰਸ਼ ਨਹੀਂ, ਪੂਰੀ ਦੁਨੀਆ ਜਿੱਥੇ ਜਿੱਥੇ ਲੋਕ ਵਸਦੇ ਨੇ, ਜਿੱਥੇ ਵੀ ਉੱਥੋਂ ਦੇ ਲੋਕਾਂ ਦਾ ਭਾਰਤ ਵਰਸ਼ ਦੇ ਇਸ ਜਿਹੜਾ ਵਾ ਅੰਦੋਲਨ ਆ, ਉਹਦੇ ਤੇ ਲੋਕਾਂ ਦੀ ਨਿਗਾਹ ਲੱਗੀ ਹੋਈ ਆ। ਤੇ ਵਿਦੇਸ਼ਾਂ ਦੇ ਵਿੱਚੋਂ ਲੋਕ ਇੱਥੋਂ ਤੱਕ ਉਤਸ਼ਾਹਤ ਆ ਵੀ ਸਾਡੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਖਾਣ ਪੀਣ ਦਾ ਸਵੇਰ ਤੋਂ ਲੈ ਕੇ ਰਾਤ ਤੱਕ ਲੰਗਰ ਚੱਲਦਾ ਵਾ, ਨਹਾਉਣ ਧੋਣ ਦਾ ਸਾਰਾ ਸਮਾਨ ਉਹ ਦੇਣ ਦੇ ਨੇ, ਕੱਪੜਾ ਲੱਤਾ ਦੇਣ ਦੇ ਨੇ, ਕੰਬਲ ਰਜਾਈਆਂ ਦੇਣ ਦੇ ਨੇ। ਇੰਨਾ ਵੱਡਾ ਲੋਕਾਂ ਦੇ ਵਿੱਚ ਉਤਸ਼ਾਹ ਵਾ। ਤੇ ਇਹ ਜਿਹੜਾ ਵਾ ਕਿਤੇ ਨਾ ਕਿਤੇ ਜਿਹੜਾ ਇਨਸਾਨੀਅਤ ਦੀ ਲੜਾਈ ਆ, ਇਨਸਾਨੀਅਤ ਦੀ ਲੜਾਈ ਹੈ ਲਖਵਿੰਦਰ ਜੀ। ਲੇਕਿਨ ਇੱਕ ਪਾਸੇ ਜਿਹੜੀ ਤਮਾਮ ਆਪਣਾ ਪੋਲੀਟੀਕਲ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਉਹ ਵੀ ਜ਼ਰੂਰ ਸਮਰਥਨ ਦੇ ਰਹੀਆਂ। ਕੀ ਲੱਗਦਾ ਹੈ ਕਿ ਕਿਸਾਨਾਂ ਦੇ ਨਾਲ ਖੜੀਆਂ ਸਿਆਸੀ ਪਾਰਟੀਆਂ, ਜਾਂ ਫਿਰ ਸਿਰਫ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਉਹਨਾਂ ਨੂੰ 2022 ਦੀ ਚੋਣਾਂ ਦਿਖ ਰਹੀਆਂ ਨੇ? ਵੇਖੋ, ਇਹਦੇ ਚ ਦੋ ਰਾਇਆਂ ਤਾਂ ਕੋਈ ਨਹੀਂ ਕਿ ਉਹਨਾਂ ਨੇ ਆਪਣੀਆਂ ਚੋਣਾਂ ਨੂੰ ਲੈ ਕੇ ਹੀ ਚੱਲਣਾ ਵਾ, ਪਰੰਤੂ ਉਹਨਾਂ ਦੀ ਲੋਕਾਂ ਨੇ ਮਜਬੂਰੀ ਬਣਾ ਦਿੱਤੀ। ਤੁਸੀਂ ਪਿਛਲੇ ਦਿਨਾਂ ਨੂੰ ਯਾਦ ਕਰ ਲਓ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੀ, ਉਹ ਕਹਿੰਦੀ ਸਾਡੇ ਜਿਹੜਾ ਵਾ ਪਤੀ ਪਤਨੀ ਵਾਲਾ ਰਿਸ਼ਤਾ ਵਾ ਭਾਜਪਾ ਦੇ ਨਾਲ, ਬੀਜੇਪੀ ਦੇ ਨਾਲ। ਤੇ ਜਦੋਂ ਲੋਕਾਂ ਨੇ ਏਡਾ ਵੱਡਾ ਦਬਾਅ ਬਣਾ ਦਿੱਤਾ, ਲੋਕ ਉਹਨਾਂ ਨੂੰ ਛੱਡ ਕੇ ਰੇਲਾਂ ਤੇ ਆ ਗਏ, ਉਸ ਸੰਘਰਸ਼ ਦੇ ਵਿੱਚ ਜੁੜ ਗਏ। ਤੇ ਉਹਨਾਂ ਨੂੰ ਸਾਰਿਆਂ ਨੂੰ ਉਹ ਰਿਸ਼ਤੇ ਛੱਡਣੇ ਪੈ ਗਏ ਜਿਹੜੇ ਕਹਿੰਦੇ ਥੱਕਦੇ ਨਹੀਂ ਸਨ ਕਿ 60-70 ਸਾਲ ਤੋਂ ਕਿਸਾਨਾਂ ਦੀ ਜਿਹੜੀ ਮੰਗ ਸੀ ਕਿ ਇੱਕ ਦੇਸ਼ ਇੱਕ ਮੰਡੀ ਹੋ ਜਾਵੇ, ਤੇ ਲੋਕਾਂ ਦੇ ਦਬਾਅ 'ਚ ਆ ਗਿਆ ਜੋ ਕਹਿੰਦੇ ਵੀ ਨਹੀਂ ਕਾਨੂੰਨ ਗਲਤ ਆ, ਲੋਕ ਸਹੀ ਨੇ। ਸੋ ਇਹ ਰਾਜਨੀਤਿਕ ਪਾਰਟੀਆਂ ਦੇ ਉੱਤੇ ਭਰੋਸਾ ਕਰਨਾ ਜਿਹੜਾ ਵਾ ਉਹ ਅਸੀਂ ਨਹੀਂ ਕਰ ਸਕਦੇ। ਹਾਂ, ਉਹ ਅਗਰ ਆਉਂਦੇ ਨੇ ਤੇ ਚਲੋ ਜਿੰਨਾ ਉਹਨਾਂ ਦਾ ਯੋਗਦਾਨ ਬਣਦਾ ਬਣੇ, ਪਰੰਤੂ ਉਹਨਾਂ ਨੂੰ ਆਉਣ ਵਾਲੇ ਸਮੇਂ ਆਪਣੀ ਜਿਹੜੀ ਆ ਜ਼ਮੀਨ ਤਲਾਸ਼ਣ ਦੇ ਨੇ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵੜਨ ਨਹੀਂ ਦੇਣਾ। ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਵਾ ਉਹ ਆਪਣਾ ਜਿਹੜੇ ਸਾਰੇ ਕੁਝ ਡਰਾਮਾ ਰਚਣ ਦੇ ਨੇ। ਤਾਂ ਕਿਸ਼ਨ ਸਾਫ ਤੌਰ ਤੇ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਮਾਇਨੇ ਮੈਂ ਰੋਕਣਾ ਚਾਹਾਂਗਾ ਤੁਹਾਨੂੰ, ਅਨਮੋਲ ਰੋਕਣਾ ਚਾਹਾਂਗਾ। ਲਾਈਨ ਤੇ ਜੁੜ ਰਹੇ ਹੋ। ਵੱਡੀ ਅਤੇ ਐਕਸਕਲੂਸਿਵ ਖਬਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਕੋਲ ਆਈ ਹੈ ਕਿ ਗੁਰਨਾਮ ਸਿੰਘ ਚੜੂਣੀ ਸੰਸਦ ਮੈਂਬਰ ਅਤੇ ਵਿਧਾਇਕਾਂ ਨਾਲ ਬੈਠਕ ਕਰ ਰਹੇ ਨੇ। ਕਈ ਆਗੂ ਇਸ ਬੈਠਕ ਵਿੱਚ ਹਾਜ਼ਰ ਨੇ। ਸੋ ਗੁਰਨਾਮ ਸਿੰਘ ਚੜੂਣੀ ਪਿੰਡ ਦੇ ਕਿਸਾਨ ਆਗੂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਬਾਲਾ ਦੇ ਵਿੱਚ ਹਰਿਆਣਾ ਪੁਲਿਸ ਦੇ ਬੈਰੀਕੇਡਿੰਗ ਤੋੜੇ ਸੀ। ਸੁਖਪਾਲ ਖਹਿਰਾ, ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਆਗੂ ਪੰਜਾਬ ਤੋਂ ਦੇਖ ਸਕਦੇ ਹੋ ਕਿ ਅਕਾਲੀ ਦਲ ਟਕਸਾਲੀ ਦੇ ਉਹ ਆਗੂ, ਹਾਲਾਂਕਿ ਪੰਜਾਬ ਏਕਤਾ ਪਾਰਟੀ ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਢੀਂਡਸਾ ਸਾਬਕਾ ਵਿੱਤ ਮੰਤਰੀ ਤੇ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਏ ਸੀ ਤੇ ਅੱਜ ਮੁਲਾਕਾਤ ਕਰ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਉਹ ਆਗੂ ਨੇ ਜੋ ਆਪਣਾ ਵੱਖਰਾ ਦਰ ਰੱਖਦੇ ਨੇ, ਭਾਵੇਂ ਅਕਾਲੀ ਦਲ ਤੋਂ ਵੱਖ ਹੋ ਕੇ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ। ਸੁਖਪਾਲ ਸਿੰਘ ਖਹਿਰਾ, ਸੇਵਾ ਸਿੰਘ ਸੇਖਵਾਂ ਸਣੇ तमाम ਸਿਆਸਤਦਾਨ ਗੁਰਨਾਮ ਸਿੰਘ ਚੜੂਣੀ ਨਾਲ ਮੁਲਾਕਾਤ ਕਰ ਰਹੇ ਨੇ। ਚਰਚਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਅਸੀਂ ਦੇਖਿਆ ਜਾਵੇ। ਸੋ ਵੱਡੀ ਖਬਰ, ਪੰਜਾਬ ਦੇ ਸਿਆਸਤਦਾਨ ਕਿਸਾਨ ਆਗੂ ਨਾਲ ਬੈਠਕ ਕਰ ਰਹੇ ਨੇ। ਗੁਰਨਾਮ ਸਿੰਘ ਚੜੂਣੀ ਸਣੇ ਕਈ ਲੋਕ ਉਸ ਬੈਠਕ ਵਿੱਚ ਹਾਜ਼ਰ ਨੇ। ਸੋ ਗੁਲਾਟੀ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਚਰਚਾ ਸਾਡੇ ਨਾਲ ਕਰਨ ਦੇ ਲਈ, ਅਪਡੇਟ ਸਾਨੂੰ ਦੇਣ ਦੇ ਲਈ। ਪਰ ਸਭ ਤੋਂ ਵੱਡੀ ਖਬਰ ਇਹੀ ਹੈ ਕਿ ਗੁਰਨਾਮ ਸਿੰਘ ਚੜੂਣੀ ਬੈਠਕ ਪੰਜਾਬ ਦੇ ਆਗੂਆਂ ਦੇ ਨਾਲ ਕਰ ਰਹੇ ਨੇ। ਸੋ ਖੇਤੀ ਕਾਨੂੰਨ ਦੇ ਵਿਰੋਧ ਵਿੱਚ 18 ਜਨਵਰੀ ਤੋਂ ਜਿੱਥੇ ਦੇਸ਼ ਭਰ ਦੇ ਵਿੱਚ ਮਹਿਲਾ ਕਿਸਾਨ ਦਿਹਾੜਾ ਮਨਾਇਆ ਜਾਣਾ ਹੈ, ਜਿਸ ਦੇ ਚੱਲਦਿਆਂ ਮੁਕਤਸਰ ਸਾਹਿਬ ਤੋਂ ਆਂਗਣਵਾੜੀ ਵਰਕਰਾਂ ਦਾ ਜਥਾ ਦਿੱਲੀ ਨੂੰ ਕੂਚ ਕਰ ਰਿਹਾ ਹੈ। ਸੋ ਵੱਡੀ ਗਿਣਤੀ ਵਿੱਚ ਦਿੱਲੀ ਕਿਸਾਨ ਪਹੁੰਚ ਰਹੇ। ਸੋ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ, ਤਦ ਤੱਕ ਕ੍ਰਿਸ਼ਨ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।